ਪਰੇਸ਼ਾਨ ਸਨ ਇਸ ਕੋਵਿਡ-19 ਕਰਕੇ ਕਈ ਲੋਕਾਂ ਦੇ ਕਾਰੋਬਾਰ ਬੰਦ ਹੋ ਗਏ, ਬਿਜ਼ਨਸ ਬੰਦ ਹੋ ਗਏ, ਲੇਕਿਨ ਹੌਲੀ-ਹੌਲੀ ਸਰਕਾਰਾਂ ਵੱਲੋਂ ਜਿਹੜੀ ਰਾਹਤ ਦਿੱਤੀ ਗਈ, ਜਿਹੜਾ ਲੋਕਡਾਊਨ ਤੇ ਕਰਫਿਊ ਖੋਲ੍ਹਿਆ ਗਿਆ, ਬਿਜ਼ਨਸ ਚੱਲਣ ਲੱਗੇ ਨੇ। ਪਰ ਲੇਕਿਨ ਉਸ ਤਰ੍ਹਾਂ ਦਾ ਜਿਹੜਾ ਰੋਜ਼ਗਾਰ ਸੀ, ਕਈਆਂ ਦਾ ਜਿਹੜਾ ਰੋਜ਼ਗਾਰ ਵੀ ਖਤਮ ਹੋਇਆ, ਕਈਆਂ ਦੀਆਂ ਨੌਕਰੀਆਂ ਗਈਆਂ। ਲੇਕਿਨ ਸਭ ਤੋਂ ਵੱਡੀ ਪਰੇਸ਼ਾਨੀ ਸੀ ਇਸ ਲੋਕਡਾਊਨ ਦੌਰਾਨ ਜਿਹੜੇ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚੇ ਸੀਗੇ, ਇੱਕ ਤਾਂ ਉਹ ਸਕੂਲ ਨਹੀਂ ਜਾ ਸਕਦੇ, ਦੂਸਰਾ ਸਕੂਲਾਂ ਦੇ ਵਿੱਚ ਉਹਨਾਂ ਤੋਂ ਜਿਹੜੀ ਫੀਸ ਦੀ ਡਿਮਾਂਡ ਕੀਤੀ ਜਾ ਰਹੀ, ਜਿਸ ਤੇ ਜਿਹੜਾ ਹੈਗਾ ਮਾਪਿਆਂ ਵੱਲੋਂ, ਸਕੂਲ ਦੇ ਮਾਪਿਆਂ ਵੱਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ, ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਸਕੂਲਾਂ ਦੇ ਖਿਲਾਫ। ਸਰਕਾਰ ਤੋਂ ਵੀ ਡਿਮਾਂਡ ਕੀਤੀ ਗਈ, ਲੇਕਿਨ ਇਹ ਮਾਮਲਾ ਮਾਨਯੋਗ ਹਾਈ ਕੋਰਟ ਦੇ ਵਿੱਚ ਪਹੁੰਚਿਆ। ਹਾਈ ਕੋਰਟ ਦੇ ਵਿੱਚ ਕੇਸ ਲੰਮੇ ਸਮੇਂ ਤੋਂ ਚੱਲ ਰਿਹਾ ਸੀਗਾ। ਵੱਖ-ਵੱਖ ਜਿਹੜੀਆਂ ਪੇਰੈਂਟਸ ਐਸੋਸੀਏਸ਼ਨਾਂ ਨੇ ਉਹਨਾਂ ਵੱਲੋਂ ਹਾਈ ਕੋਰਟ ਦੇ ਵਿੱਚ ਐਪਲੀਕੇਸ਼ਨ ਦਾਇਰ ਕੀਤੀ ਗਈ ਸੀਗੀ। ਕਈ ਜਿਹੜੀਆਂ ਐਪਲੀਕੇਸ਼ਨਾਂ ਸੀਗੀਆਂ ਉਹਨਾਂ ਦੇ ਉੱਤੇ ਇਹ ਤਕਰੀਬਨ ਲੰਮੇ ਸਮੇਂ ਤੋਂ ਸੁਣਵਾਈ ਹੋ ਰਹੀ ਸੀਗੀ। ਉਸ ਸੁਣਵਾਈ ਦੇ ਵਿੱਚ ਅੱਜ 30/6 ਨੂੰ ਜਿਹੜਾ ਹੈਗਾ ਇੱਕ ਫੈਸਲਾ ਜਿਹੜਾ ਆਇਆ ਹੈਗਾ, ਜਿਹੜਾ ਫੈਸਲਾ ਕਿਤੇ ਨਾ ਕਿਤੇ ਸਕੂਲੀ ਬੱਚਿਆਂ ਦੇ ਮਾਂ-ਬਾਪ ਤੇ ਭਾਰ ਪਾਉਣ ਵਾਲਾ ਫੈਸਲਾ ਹੈਗਾ। ਲੇਕਿਨ ਉਹਨਾਂ ਦੀ ਪਰੇਸ਼ਾਨੀ ਜਿਹੜੀ ਵੱਧ ਸਕਦੀ ਹੈ, ਜਿਸ ਤਰ੍ਹਾਂ ਨਾਲ ਉਹਨਾਂ ਦੀ ਡਿਮਾਂਡ ਸੀ, ਉਹਨਾਂ ਦੀਆਂ ਡਿਮਾਂਡਾਂ ਨਹੀਂ ਪੂਰੀਆਂ ਹੋਈਆਂ। ਲੇਕਿਨ ਪਰ ਇਹ ਹਾਈ ਕੋਰਟ ਵੱਲੋਂ ਕੀ ਫੈਸਲਾ ਜਿਹੜਾ ਸੁਣਾਇਆ ਗਿਆ ਹੈ, ਇਸ ਫੈਸਲੇ ਸੰਬੰਧੀ ਅਸੀਂ ਰੋਹਿਤ ਸੋਭਰਵਾਲ ਜੀ ਨਾਲ ਗੱਲ ਕਰਾਂਗੇ, ਜਿਨ੍ਹਾਂ ਨੇ ਪਹਿਲਾਂ ਸਕੂਲ ਫੀਸ ਐਕਟ ਬਣਾਉਣ ਦੇ ਵਿੱਚ ਇੱਕ ਵੱਡਾ ਇੱਕ ਕੰਮ ਕੀਤਾ ਸੀਗਾ, ਵੱਡੀ ਲੜਾਈ ਲੜੀ ਸੀ। ਉਸ ਤੋਂ ਬਾਅਦ ਸਕੂਲ ਫੀਸ ਐਕਟ ਬਣਿਆ ਸੀਗਾ। ਹੁਣ ਵੀ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਕੀ ਹੈਗਾ ਜਿਹੜਾ ਆਰਡਰ ਨੇ, ਜਿਹੜੇ ਆਰਡਰ ਆਏ ਨੇ ਇਹਨਾਂ ਦੇ ਵਿੱਚ ਕੀ ਹੈਗਾ, ਮਾਪਿਆਂ ਦੇ ਲਈ ਕੀ ਖਾਸ ਹੈਗਾ, ਜਾਂ ਸਕੂਲਾਂ ਨੂੰ ਕੀ ਜਿਹੜੀ ਰਾਹਤ ਦਿੱਤੀ ਗਈ ਹੈ, ਜਾਂ ਮਾਪਿਆਂ ਨੂੰ ਕੀ ਰਾਹਤ ਦਿੱਤੀ ਹੈ, ਕੀ ਕਲੀਅਰ ਆਰਡਰ ਕੀ ਨੇ ਹਾਈ ਕੋਰਟ ਦੇ ਜਿਹੜੇ ਕੀ ਮਾਨਯੋਗ ਹਾਈ ਕੋਰਟ ਨੇ ਕੀਤੇ ਨੇ, ਤੇ ਕੀ ਇਹ ਹੁਣ ਇਨ ਜਿਹੜੇ ਲਾਗੂ ਹੋਣਗੇ ਇਹੀ ਬੰਨਣੇ ਪੈਣਗੇ, ਕੀ ਕੁਝ ਮਾਪਿਆਂ ਨੂੰ ਰਾਹਤ ਮਿਲ ਸਕਦੀ ਆ। ਗੱਲ ਕਰਾਂਗੇ। ਰੋਹਿਤ ਜੀ ਕੀ ਕਹਿਣਾ ਚਾਹੁੰਦੇ? ਇਹ ਨਾ ਜੀ ਟੋਟਲ ਜਿਹੜਾ ਕੇਸ ਹੈਗਾ ਹੈ, ਇਹ ਟੋਟਲ ਕੇਸ ਸਾਰਾ ਮਿਲਾ ਕੇ ਸਨੇ ਆਰਡਰ 51 ਪੇਜਸ ਦਾ ਹੈਗਾ ਕੇਸ। ਇਹ ਕੇਸ ਦਾ ਨੰਬਰ ਹੈਗਾ CWP 7409 ਆਫ 2020। ਕੋਵਿਡ ਤੋਂ ਪਹਿਲਾਂ ਇਹ ਕੇਸ ਵੱਖਰੀਆਂ ਪੇਰੈਂਟਸ ਐਸੋਸੀਏਸ਼ਨ ਵੱਲੋਂ, ਪਹਿਲਾਂ ਇੰਡੀਪੈਂਡੈਂਟ ਸਕੂਲ ਕੋਈ ਐਸੋਸੀਏਸ਼ਨ ਸੀ ਉਹਨਾਂ ਵੱਲੋਂ ਕੀਤਾ ਗਿਆ, ਫਿਰ ਇੰਡੀਵਿਜੂਅਲਸ ਵੱਲੋਂ ਵੀ ਐਪਲੀਕੇਸ਼ਨਸ ਲਗਾਈਆਂ ਗਈਆਂ ਨਹੀਂ ਉਹ ਇਹਦੇ ਵਿੱਚ ਬੱਚਿਆਂ ਦੀਆਂ ਫੀਸਾਂ ਨੂੰ ਲੈ ਕੇ। ਤਾਂ ਇਹਦੇ ਵਿੱਚ ਟੋਟਲ 9 ਤਰ੍ਹਾਂ ਦੇ ਮਤਲਬ ਪੈਰਾਜ਼ ਦੇ ਵਿੱਚ ਕੋਰਟ ਨੇ ਆਰਡਰ ਕੀਤੇ ਨੇ, ਜਿਹਦੇ ਵਿੱਚ ਸਭ ਤੋਂ ਪਹਿਲਾਂ ਕਹਿੰਦੇ ਜਿਹਦਾ ਸਕੂਲ ਆਰ ਪਰਮਿਟਡ ਟੂ ਕਲੈਕਟ ਦੇਅਰ ਐਡਮਿਸ਼ਨ ਫੀਸ ਹੈਂਸ ਫੋਰਥ। ਵੀ ਪਹਿਲੀ ਗੱਲ ਤਾਂ ਉਹ ਐਡਮਿਸ਼ਨ ਫੀਸ ਸਕੂਲਾਂ ਵਾਲੇ ਹੁਣ ਲੈ ਸਕਦੇ ਹੈਗੇ ਆ। ਦੇਖੋ ਜੋ ਇਹ ਮੇਰੇ ਕੰਨੀ ਕੁਛ ਨਹੀਂ, ਜੋ ਕੋਰਟ ਦੇ ਆਰਡਰ ਹੈ, ਐਵੇਂ ਪੇਰੈਂਟਸ ਨਾ ਕਿਤੇ ਮੈਨੂੰ ਇਹ ਕਹਿਣ, ਮੈਂ ਤਾਂ ਸਿਰਫ ਜੋ ਕੋਰਟ ਦੇ ਆਰਡਰ ਆ ਉਹ ਪੜ੍ਹ ਕੇ ਸੁਣਾ ਰਹੇ ਹਾਂ, ਕਿਤੇ ਇਹ ਸੋਚਣ ਵੀ ਮੈਂ ਕਿਸੇ ਸਕੂਲ ਵਾਲੇ ਦੀ ਫੇਵਰ ਨਹੀਂ ਕਰਨੀ, ਮੈਂ ਕੁਛ ਕਿਸੇ ਸਕੂਲ ਵਾਲੇ ਤੋਂ ਲੈਣਾ ਨਹੀਂ ਹੈਗਾ। ਮੈਂ ਤਾਂ ਆਪ ਸਗੋਂ ਫੀਸ ਐਕਟ ਬਣਵਾਉਣ ਦੇ ਵਿੱਚ ਬੜੀ ਲੰਬੀ ਲੜਾਈ ਲੜੀ ਸਨ 2009 ਤੋਂ 2016 ਤੱਕ। ਫਿਰ ਹੈ ਜੀ ਆਲ ਸਕੂਲ ਇਨਸਪੈਕਟਿਵ ਵੇਅਰ ਦੇ ਆਫਰਡ ਆਨਲਾਈਨ ਕਲਾਸਿਸ ਡਿਊਰਿੰਗ ਦੀ ਲੋਕਡਾਊਨ ਪੀਰੀਅਡ ਔਰ ਨਾਟ ਆਰ ਐਂਟਾਈਟਲ ਟੂ ਕਲੈਕਟ ਦਾ ਟਿਊਸ਼ਨ ਫੀਸ। ਇਹ ਜਿਹੜੇ ਹੈਗੀ ਆ ਇਹਨਾਂ ਨੇ ਟਿਊਸ਼ਨ ਫੀਸ ਜਿਹੜੀ ਆ ਉਹ ਕਲੈਕਟ ਕਰ ਸਕਦੇ ਹੈਗੇ ਆ, ਕੋਰਟ ਨੇ ਇਹਨਾਂ ਨੂੰ ਐਂਟਾਈਟਲ ਕੀਤਾ ਹੈਗਾ। However, they will continue to endeavor and impact online learning of education is not adversely impacted due to the present of future lockdown impacted due COVID-19 ਕਰਕੇ ਇਹਦਾ ਪੜ੍ਹਾਈ ਦਾ ਮਤਲਬ ਜਿਹੜਾ ਕੋਰਟ ਨੇ ਕਿਹਾ ਵੀ ਇਫੈਕਟ ਨਹੀਂ ਪੈਣਾ ਚਾਹੀਦਾ। ਤੇ ਇਹਦੀ C ਪੁਆਇੰਟ ਦੇ ਵਿੱਚ ਹੈ ਜਿਹਦਾ ਸਕੂਲ management of each school shall work out their actual expenditure incurred under the annual charges for the period the school remain closed and recover only such genuine expenses incurred by them including actual transport charges and actual building charges, but shall not recover any charges for the period for any activity or facility towards which no expenditure was incurred. However, the annual fees for the remaining period shall be recovered as already fixed by the school. ਇਹ ਬੜਾ ਇੰਪੋਰਟੈਂਟ ਚੀਜ਼ ਹੈਗੀ ਹੈ ਜੀ। ਵੀ ਪਹਿਲੀ ਗੱਲ ਤਾਂ ਜਿਵੇਂ ਟਰਾਂਸਪੋਰਟੇਸ਼ਨ ਦਾ ਬੜੇ ਪੇਰੈਂਟਸ ਇਸ ਗੱਲ ਨੂੰ ਕਹਿ ਰਹੇ ਸੀ ਵੀ ਟਰਾਂਸਪੋਰਟੇਸ਼ਨ ਸਾਨੂੰ ਫੀਸ ਦੇਣੀ ਪਏਗੀ। ਇਹਦੇ ਵਿੱਚ ਕੋਰਟ ਨੇ ਕਿਹਾ ਵੀ ਜੋ ਉਹਨਾਂ ਦਾ ਐਕਚੁਅਲ ਕਾਸਟ ਹੈਗੀ ਆ, ਜਿਵੇਂ ਮੰਨ ਲਓ ਸਕੂਲ, ਪਹਿਲੀ ਗੱਲ ਤਾਂ 2 ਤਰ੍ਹਾਂ ਦੀ ਟਰਾਂਸਪੋਰਟੇਸ਼ਨ ਬੱਚੇ ਦੇ ਪੇਰੈਂਟਸ ਯੂਜ਼ ਕਰਦੇ ਆ। ਇੱਕ ਤਾਂ ਟਰਾਂਸਪੋਰਟੇਸ਼ਨ ਹੋ ਗਈ ਉਹ ਬਾਹਰ ਕਿਸੇ ਆਟੋ ਵਾਲੇ ਜਾਂ ਕਿਸੇ ਬੱਸ ਵਾਲੇ ਨਾਲ ਗੱਲ ਕਰ ਲੈਂਦੇ ਆ, ਉਹ ਬੱਚਿਆਂ ਨੂੰ ਲਿਜਾਂਦਾ, ਉਹ ਤਾਂ ਉਹਨਾਂ ਦੀ ਮਿਊਚੁਅਲ ਕੰਸੈਂਟ ਹੋ ਗਈ ਕਿ ਉਹਨਾਂ ਨੇ ਦੇਣੇ ਆ ਨਹੀਂ ਦੇਣੇ, ਤਾਂ ਪ੍ਰਾਈਵੇਟ ਇੰਡੀਵਿਜੂਅਲਸ ਦੇ ਨਾਲ ਉਹਨਾਂ ਦੀ ਗੱਲ ਹੈਗੀ ਆ। ਲੇਕਿਨ ਇਹ ਗੱਲ ਜਿਹੜੀ ਹੈਗੀ ਹੈ ਸਕੂਲ ਦੀ ਟਰਾਂਸਪੋਰਟ ਦੀ ਜਿੱਥੇ ਤੱਕ ਗੱਲ ਹੈਗੀ ਆ, ਇਹਦੇ ਵਿੱਚ ਤੇ ਕਲੀਅਰ ਹੈਗਾ ਕਿ ਜੋ ਉਹਨਾਂ ਦੇ ਐਕਚੁਅਲ ਐਕਸਪੈਂਸਿਸ ਨੇ, ਲਾਈਕ ਜਿੱਦਾਂ ਉਹਨਾਂ ਨੂੰ ਡਰਾਈਵਰ ਦੀ ਤਨਖਾਹ ਪੈਣੀ ਆ, ਔਰ ਕੋਈ ਡੀਜ਼ਲ ਦਾ ਉਹਨਾਂ ਦਾ ਖਰਚਾ ਨਹੀਂ ਹੋਣਾ,
ਔਰ ਗੱਡੀ ਦੀ ਇੰਸ਼ੋਰੈਂਸ ਦੇ ਪੈਸੇ ਜਾਂ ਪਰਮਿਟ ਦੇ ਪੈਸੇ ਜੋ ਵੀ ਕੋਈ ਸਰਕਾਰ ਅਗਰ ਮਾਫ ਕਰਦੀ ਨਹੀਂ ਕਰਦੀ ਤਾਂ ਉਹ ਪੈਸੇ ਜਿਹੜੇ ਫਿਕਸ ਚਾਰजेस ਨੇ ਉਹ ਪੈਣੇ ਹੀ ਪੈਣੇ ਨੇ ਤਾਂ ਉਹ ਜਿਹੜਾ ਆ ਉਹ ਬੱਚਿਆਂ ਕੋਲੋਂ ਇਹਨਾਂ ਨੇ ਉਹ ਰਿਕਵਰ ਜਿਹੜੇ ਲੈਣੇ ਹੈਗੇ ਆ। ਟਰਾਂਸਪੋਰਟ ਚਾਰजेस ਐਂਡ ਐਕਚੁਅਲ ਬਿਲਡਿੰਗ ਚਾਰजेस ਸ਼ੈਲ ਨਾਟ ਰਿਕਵਰ ਐਨੀ ਚਾਰजेस ਫॉर ਦੀ ਪੀਰੀਅਡ ਆਫ ਐਨੀ ਐਕਟੀਵਿਟੀ, ਮਤਲਬ ਜਿਹੜੀ ਕੋਈ ਐਕਟੀਵਿਟੀ ਨਹੀਂ ਕਰਵਾਈ ਹੈਗੀ ਮੰਨ ਲਓ ਕਿਸੇ ਤਰ੍ਹਾਂ ਦੀ ਤਾਂ ਉਹਦੇ ਜਿਹੜੇ ਚਾਰजेस ਹੈਗੇ ਆ ਨੋ ਐਕਸਪੈਂਸ, ਜਿਨ੍ਹਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਖਰਚਾ ਨਹੀਂ ਆਇਆ ਉਹ ਮਤਲਬ ਜਿਹੜੇ ਹੈਗੇ ਨਹੀਂ। ਬਿਲਡਿੰਗ ਦੀ ਗੱਲ ਕਰਦੇ ਆ, ਬੱਚਿਆਂ ਨੇ ਬਿਲਡਿੰਗ ਯੂਜ਼ ਨਹੀਂ ਹੋਈ, ਉੱਥੇ ਬਿਜਲੀ ਨਹੀਂ ਯੂਜ਼ ਹੋਈ, ਇਹ ਫੰਡ ਵਗੈਰਾ ਨਹੀਂ ਲੈ ਸਕਦੇ? ਕੋਰਟ ਨੇ ਇਸ ਬਾਰੇ ਕਹਿਤਾ ਕਲੀਅਰ? ਦੇਖੋ ਹੁਣ ਇਹ ਡਿਟੇਲ ਦੇ ਵਿੱਚ ਤਾਂ ਆਰਡਰ ਜਿਹੜੀ ਪੜ੍ਹ ਕੇ ਤਾਂ ਇਹਦਾ ਮਤਲਬ ਅਲੱਗ-ਅਲੱਗ ਇਹਦੇ ਨਿਕਲਣਗੇ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਰਿਮੇਨ ਕਲੋਜ਼ ਦੀ ਰਿਕਵਰ ਓਨਲੀ ਸੱਚ ਜੈਨੂਨ ਐਕਸਪੈਂਡੀਚਰ ਇਨਕਰਡ ਬਾਈ ਦੈਮ, ਵੀ ਜੋ ਉਹਨਾਂ ਨੂੰ ਜੈਨੂਨ ਐਕਸਪੈਂਡੀਚਰ ਜਿਹੜੇ ਪਏ ਹੈਗੇ ਆ ਉਹਦੀ, ਜਿਵੇਂ ਟਰਾਂਸਪੋਰਟੇਸ਼ਨ ਦਾ ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਦੇ ਡਰਾਈਵਰ ਨੇ ਉਹਨਾਂ ਨੂੰ ਸੈਲਰੀ ਦੇਣੀ ਜ਼ਰੂਰੀ ਹੈ। ਡੀਜ਼ਲ ਦਾ ਕੋਈ ਐਕਸਪੈਂਸ ਨਹੀਂ ਹੋਇਆ ਤੇ ਜੇ ਨਹੀਂ ਹੋਇਆ ਤਾਂ ਸਕੂਲ ਵਾਲੇ ਕਹਿ ਵੀ ਨਹੀਂ ਸਕਦੇ ਪੇਰੈਂਟਸ ਨੂੰ, ਉਹ ਇੱਕ ਅਮਾਊਂਟ ਉਹਨਾਂ ਨੂੰ ਆਪਸ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਇੱਕ ਐਡਜਸਟ ਕਰਨੀ ਪਏਗੀ ਵੀ ਸਾਡਾ ਭਾਈ ਇੰਨਾ ਜੈਨੂਨ ਐਕਸਪੈਂਸ ਹੋਇਆ, ਸਾਨੂੰ ਪੇਰੈਂਟਸ ਇੰਨਾ ਜੈਨੂਨ ਐਕਸਪੈਂਸ ਦੇ ਦੇਣ ਜਿਹੜਾ ਹੈਗਾ। ਸੋ ਉਹ ਇਸ ਤਰੀਕੇ ਦੇ ਨਾਲ ਇਸ ਜਿਹੜਾ ਹੈ ਕਿਹਾ ਗਿਆ ਆ। ਇਹਦੇ ਵਿੱਚ ਡੀ ਪੁਆਇੰਟ ਦਾ ਤਾਂ ਸਕੂਲ ਸ਼ੈਲ ਰਿਮੇਨ ਦੈਮਸੈਲਵਸ ਫॉर ਦੀ ਰੀਜ਼ਨ ਐਜ਼ ਮੈਂਸ਼ਨਡ ਅਬਵ ਫॉर ਇਨਕਰੀਜ਼ਿੰਗ ਦੀ ਫੀਸ। ਦੇਖੋ ਜੀ ਹੁਣ ਕੋਰਟ ਨੇ ਕਲੀਅਰ ਕਰ ਦਿੱਤਾ ਹੈ ਕਿ 2019-20 ਦੇ ਵਿੱਚ ਜੋ ਫੀਸ ਸਟਰਕਚਰ ਹੈਗਾ ਆ 2020-21 ਦੇ ਵਿੱਚ ਵੀ ਉਹੀ ਰਹੇਗਾ, ਫੀਸ ਨਹੀਂ ਇਹਨਾਂ ਨੇ ਇਨਕਰੀਜ਼ ਕਰਨੀ ਹੈਗੀ। ਕੋਰਟ ਨੇ ਇੱਥੇ ਮਾਂ-ਬਾਪ ਨੂੰ ਕੁਝ ਮਤਲਬ ਮੇਰੇ ਹਿਸਾਬ ਨਾਲ ਰਿਲੀਫ ਮਿਲਿਆ ਆ ਕਿ ਫੀਸ ਦੀ ਕਿਸੇ ਤਰ੍ਹਾਂ ਦੀ ਕੋਈ ਵਾਧਾ ਨਹੀਂ ਕਰਨਾ ਫੀਸਾਂ ਦੇ ਵਿੱਚ। ਕਿ ਐਨੀ ਪੇਰੈਂਟ ਨਾਟ ਏਬਲ ਟੂ ਦੀ ਸਕੂਲ ਫੀਸ, ਜਿਹੜੇ ਬੱਚੇ ਦੇ ਪੇਰੈਂਟਸ ਸਕੂਲ ਫੀਸ ਨਹੀਂ ਦੇ ਸਕਦੇ, ਜਿਨ੍ਹਾਂ ਦੀ ਮਜਬੂਰੀ ਹੈ, ਜਿਹੜੇ ਵਾਕਈ ਦੇ ਵਿੱਚ ਨਹੀਂ ਦੇ ਸਕਦੇ, ਮਤਲਬ ਜਿਨ੍ਹਾਂ ਦੀ ਗੱਲ ਕਰਦੇ ਹਾਂ, in the above term may file their application along with necessary proof above their financial status, which shall be looked into the school authority, and after looking into the sympathetically given ਕੰਸੈਸ਼ਨ ਔਰ ਐਗਜ਼ੰਪਸ਼ਨ ਦੀ ਸਕੂਲ ਐਂਟਾਇਰ ਫੀਸ। ਮਤਲਬ ਸਕੂਲ ਵਾਲੇ ਉਹਨੂੰ ਸਿੰਪੈਥੈਟਿਕਲੀ ਦੇਖਣਗੇ, ਜੇ ਕੋਈ ਪੇਰੈਂਟਸ ਨਹੀਂ ਦੇ ਸਕਦੇ ਤਾਂ ਸਿੰਪੈਥੈਟਿਕਲੀ ਸਕੂਲ ਵਾਲੇ ਉਹਨੂੰ ਦੇਖਣਗੇ, ਉਹ ਕੁਝ ਹਿੱਸਾ ਵੀ ਮਾਫ ਕਰ ਸਕਦੇ ਆ ਸਕੂਲ ਵਾਲੇ, ਉਹ ਐਂਟਾਇਰ ਫੀਸ ਵੀ ਮਾਫ ਕਰ ਸਕਦੇ ਆ। ਇਸ ਤਰ੍ਹਾਂ ਦਾ ਇੱਥੇ ਆਰਡਰ ਹੈ ਐਜ਼ ਦਾ ਕੇਸ ਮੇ ਬੀ। ਇਨ ਕੇਸ ਦੀ ਪੇਰੈਂਟ ਇਜ਼ ਸਟਿਲ ਐਗਰੀਵਡ, ਜੇ ਮੰਨ ਲਓ ਹਜੇ ਵੀ ਪੇਰੈਂਟਸ ਐਗਰੀਵਡ ਹੈਗੇ ਆ, ਮਤਲਬ ਮੰਨ ਲਓ ਸਕੂਲ ਵਾਲੇ ਕਹਿੰਦੇ ਆ ਵੀ ਨਹੀਂ ਅਸੀਂ ਤਾਂ ਫੀਸ ਭਾਈ ਪੂਰੀ ਲੈਣੀ ਆ ਜਾਂ ਅਸੀਂ ਤਾਂ ਤੁਹਾਡੇ ਤੋਂ ਇੰਨੀ ਲੈਣੀ ਹੋ ਲੈਣੀ ਹੈ, ਜੇ ਪੇਰੈਂਟਸ ਐਗਰੀਵਡ ਹੈ ਇਨ ਐਨੀ ਮੈਟਰ ਵਿਦ ਦੀ ਐਡਵਰਸ ਡਿਸੀਜਨ ਬਾਈ ਦੀ ਸਕੂਲ ਔਨ ਹਿਜ਼ ਐਪਲੀਕੇਸ਼ਨ, ਯਾਨੀ ਕਿ ਪੇਰੈਂਟਸ ਦੁਆਰਾ ਫਾਈਲ ਕੀਤੀ ਹੋਈ ਕਿਸੇ ਐਪਲੀਕੇਸ਼ਨ ਤੋਂ ਅਗਰ ਸਕੂਲ ਵਾਲਿਆਂ ਦੇ ਨਾਲ ਉਹਨਾਂ ਦੇ ਮਤਭੇਦ ਨੇ, ਉਹ ਨਹੀਂ ਉਸ ਦੀ ਗੱਲ ਨੂੰ ਮਤਲਬ ਨਹੀਂ ਐਡਮਿਟ ਕਰਦੇ, ਤੇ ਦੈਨ ਉਹ ਰੈਗੂਲੇਟਰੀ ਬੋਡੀ ਜਿਹੜੀ ਹੈਗੀ ਹੈ ਦੇ ਮੇ ਅਪਰੋਚ ਹਿਜ਼ ਐਪਲੀਕੇਸ਼ਨ, ਹੀ ਮੇ ਅਪਰੋਚ ਦੀ ਰੈਗੂਲੇਟਰੀ ਬੋਡੀ ਸੋ constituted under section 7 of the Punjab regulation of the fee aided education 2016, ਜਿਹੜਾ ਐਕਟ ਹੈਗਾ, ਜਿਹੜੀ ਇਹਨਾਂ ਦੀ ਰੈਗੂਲੇਟਰੀ ਬੋਡੀ ਹੈਗੀ ਆ, ਰੈਗੂਲੇਟਰੀ ਬੋਡੀ ਨੂੰ ਜਿਹੜਾ ਆ ਅਪਰੋਚ ਕਰ ਸਕਦੇ ਆ। ਲੇਕਿਨ ਕੋਰਟ ਨੇ ਇੱਥੇ ਇਹ ਵੀ ਗੱਲ ਕਹੀ ਹੈ, ਨੋ ਪੇਰੈਂਟ ਸ਼ੈਲ ਮਿਸਯੂਜ਼ ਦਾ ਕੰਸੈਸ਼ਨ ਬਾਈ ਲੇਇੰਗ ਏ ਫਾਲਸ ਕਲੇਮ, ਕਿਸੇ ਤਰ੍ਹਾਂ ਦਾ ਝੂਠਾ ਕਲੇਮ, ਗਲਤ ਕਲੇਮ ਕਰਕੇ ਤੁਸੀਂ ਮਤਲਬ ਉਹਨੂੰ ਮਿਸਯੂਜ਼ ਨਹੀਂ ਕਰਨਾ ਹੈਗਾ। ਇਹ ਕੋਰਟ ਨੇ ਬਿਲਕੁਲ ਕਲੀਅਰ ਕੱਟ ਡਾਇਰੈਕਸ਼ਨਾਂ ਦਿੱਤੀਆਂ ਹੈਗੀਆਂ। ਫਿਰ ਇਹਦਾ ਐਫ ਪੈਰਾ ਜੀ, ਸੈਕਸ਼ਨ 7 ਆਫ ਦੀ ਪੰਜਾਬ ਰੈਗੂਲੇਸ਼ਨ ਆਫ ਫੀਸ ਅਨਏਡਡ ਐਜੂਕੇਸ਼ਨਲ ਐਕਟ 2016 ਇਜ਼ ਆਲਰੇਡੀ ਇਨ ਪਲੇਸ ਆਫ ਲੁਕਿੰਗ ਇਨਟੂ ਦੀ ਕੰਪਲੇਂਟਸ ਆਫ ਦੀ ਪੇਰੈਂਟਸ ਔਰ guardians with regard to the charges of any excessive fees or to do any other activity with the motive of give financial benefit or profit। ਵੀ ਐਕਟ ਦੇ ਵਿੱਚ ਪਹਿਲਾਂ ਹੀ ਲਿਖਿਆ ਹੋਇਆ ਵੀ ਇਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਫਾਈਨੈਂਸ਼ੀਅਲ ਬੈਨੀਫਿਟ ਜਾਂ ਕੋਈ ਇਹਨਾਂ ਨੇ ਪ੍ਰੋਫਿਟ ਵਗੈਰਾ ਜਿਹੜਾ ਹੈ ਨਹੀਂ ਇਹ ਲੈ ਸਕਦੇ। ਦਾ ਪੇਰੈਂਟਸ ਆਰ ਐਟ ਲਿਬਰਟੀ ਟੂ ਟੇਕ cure the same and therefore no specific direction is required to the given courts separately। ਵੀ ਉਹ ਜੋ ਐਕਟ ਦਾ ਸੈਕਸ਼ਨ 7 ਹੈਗਾ 2016 ਦਾ ਜਿਹੜਾ ਫੀ ਐਕਟ ਹੈ, ਉਹਦੇ ਵਿੱਚ ਜੋ ਪ੍ਰੋਵੀਜ਼ਨਸ ਹੈਗੀਆਂ ਕੋਰਟ ਕਹਿੰਦੀ ਉਹਦੇ ਵਾਸਤੇ ਕੋਈ ਸੈਪਰੇਟ ਡਾਇਰੈਕਸ਼ਨ ਦੀ ਲੋੜ ਨਹੀਂ ਹੈਗੀ, ਜੋ ਐਕਟ ਦੀ ਪ੍ਰੋਵੀਜ਼ਨ ਹੈਗੀ ਆ ਉਹ ਜਿਹੜੀ ਆ ਉਹ ਲਾਗੂ ਹੋਏਗੀ ਉਹਦੇ ਵਿੱਚ। ਜੀ ਪੈਰਾ ਜੀ ਇਹਦੇ ਵਿੱਚ ਇਨ ਕੇਸ ਐਨੀ ਸਕੂਲ ਇਜ਼ ਫੇਸਿੰਗ ਏ ਫਾਈਨੈਂਸ਼ੀਅਲ ਕਰੰਚ, ਜੇ ਕੋਈ ਸਕੂਲ ਮੰਨ ਲਓ ਪੈਸਿਆਂ ਦੀ ਤੰਗੀ ਮਹਿਸੂਸ ਕਰ ਰਿਹਾ ਆ, for not having charges the increase
fees for the year 2020-21 may move a representation to the district education officer। ਮੰਨ ਲਓ ਕੋਈ ਪੈਸਿਆਂ ਦੀ ਤੰਗੀ ਮਹਿਸੂਸ ਕਰ ਰਿਹਾ ਹੈ, ਮਤਲਬ ਫੀਸ ਚਾਰजेस ਨੂੰ ਲੈ ਕੇ, ਜੇ ਉਹਨੂੰ ਇਨਕਰੀਜ਼ ਕਰਨਾ ਚਾਹੁੰਦਾ, ਮੰਨ ਲਓ ਪਹਿਲਾਂ ਤਾਂ ਕੋਰਟ ਨੇ ਕਿਹਾ ਵੀ ਇਨਕਰੀਜ਼ ਨਹੀਂ ਕਰਨੀ, ਮੰਨ ਲਓ ਇਨ ਕੇਸ ਵੀ ਕੋਈ ਇਨਕਰੀਜ਼ ਕਰਨੀ ਚਾਹੁੰਦਾ ਫੀਸ, ਤਾਂ ਉਹ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਕੋਲੇ ਜਿਹੜਾ ਹੈਗਾ ਇੱਕ ਐਪਲੀਕੇਸ਼ਨ ਮੂਵ ਕਰੇਗਾ along with its proof of the same, ਮਤਲਬ ਉਹਦਾ ਸਬੂਤ ਨਾਲ ਦੇਗਾ ਕਿ ਉਹ ਕੀ ਬਈ ਤੰਗੀ ਕੀ ਹੈਗੀ ਆ, ਦੱਸਣਗੇ ਤਾਂ ਸਹੀ ਨਾ ਵੀ ਕਿਸ ਤਰੀਕੇ ਨਾਲ ਤੰਗੀ ਹੈ। ਕਹਿ ਦੇਣਾ ਕਿ ਤੰਗੀ ਹੈ ਤੇ ਕਾਫੀ ਨਹੀਂ ਹੈਗਾ, ਸਾਬਤ ਵੀ ਕਰਨਾ ਪੈਂਦਾ ਹੈ ਲਾਅ ਦੇ ਵਿੱਚ ਵੀ ਭਾਈ ਤੰਗੀ ਵੀ ਹੈਗੀ ਹੈ, ਕਿਸ ਤਰੀਕੇ ਨਾਲ ਹੈਗੀ ਆ। Within 3 weeks of the receipt of such application, district education officer ਨੇ ਜਿਹੜਾ ਇਹਦੇ ਉੱਪਰ 3 ਹਫ਼ਤਿਆਂ ਦੇ ਵਿੱਚ ਫੈਸਲਾ ਕਰਨਾ ਹੈ। However, this may be exercised only in a very hard case। ਕੋਰਟ ਦਾ ਇਹ ਕਹਿਣਾ ਵੀ ਇਹ ਬਹੁਤ ਹੀ ਮਤਲਬ ਜਿਹੜੇ ਹਾਰਡ ਕੇਸ ਨੇ ਜਿਹਨੂੰ ਕਹਿ ਦਿੰਦੇ, ਉਹਦੇ ਵਿੱਚ ਇਹ ਚੀਜ਼ ਐਪਲੀਕੇਬਲ ਹੋਊਗੀ। ਐ ਨਹੀਂ ਹੈਗਾ ਕਿ ਹਰ ਸਕੂਲ ਵਾਲਾ ਉੱਠ ਕੇ ਕਹਿ ਦੇਵੇ ਜੀ ਮੈਂ ਤਾਂ ਫਾਈਨੈਂਸ਼ੀਅਲੀ ਤੰਗ ਆ ਜੀ, ਮੇਰੀ ਵਧਾ ਦਿਓ। ਹਾਰਡ ਕੇਸਿਸ ਦੇ ਵਿੱਚ ਇਹ ਚੀਜ਼ਾਂ ਐਪਲੀਕੇਬਲ ਹੋਣਗੀਆਂ। Where the school is facing financial crunch and on no reserved resources to meet the expenses। ਸਕੂਲ ਵਾਲਿਆਂ ਕੋਲੇ ਮੰਨ ਲਓ ਰਿਜ਼ਰਵ ਰਿਸੋਰਸਿਸ ਹੁੰਦੇ ਆ, ਪੇਰੈਂਟਸ ਨੂੰ ਸ਼ਾਇਦ ਨਹੀਂ ਪਤਾ, ਇਹ ਐਕਟ ਦੇ ਵਿੱਚ ਵੀ ਪ੍ਰੋਵੀਜ਼ਨ ਹੈਗਾ। ਮੈਂ ਉੱਥੇ ਪੜ੍ਹਿਆ ਵੱਡੇ ਜਿਹੜਾ ਰਾਈਟ ਟੂ ਐਜੂਕੇਸ਼ਨ ਐਕਟ ਦੇ ਰੂਲ ਵੀ ਪੜ੍ਹੇ, ਐਕਟ ਵੀ ਪੜ੍ਹਿਆ, ਉਹਦੇ ਵਿੱਚ ਤੁਸੀਂ ਪੜ੍ਹੋਗੇ ਇਹਨਾਂ ਨੇ ਰਿਜ਼ਰਵ ਫੰਡ ਰੱਖਣੇ ਹੁੰਦੇ ਆ। ਤੇ ਮੰਨ ਲਓ ਰਿਜ਼ਰਵ ਫੰਡ ਦੇ ਨਾਲ ਵੀ ਐਕਸਪੈਂਸਿਵ ਜਿਹੜੇ ਮਤਲਬ ਉਹਦੇ 'ਚ ਵੀ ਕਰੰਚ ਆ ਜਾਂਦਾ, ਉਹਨੂੰ ਤੰਗੀ ਆ ਜਾਂਦੀ ਹੈ, ਦੈਨ ਇਹ ਜਿਹੜਾ ਹੈਗਾ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਕੋਲੇ ਇੱਕ ਐਪਲੀਕੇਸ਼ਨ ਮੂਵ ਕਰਨਗੇ, 3 ਹਫ਼ਤਿਆਂ 'ਚ ਫੈਸਲਾ ਹੋਊਗਾ। ਲੇਕਿਨ ਫਿਰ ਮੈਂ ਰਿਪੀਟ ਕਰ ਰਿਹਾ ਕਿ ਬੜੇ ਹਾਰਡ ਕੇਸ ਦੇ ਵਿੱਚ ਹੋਏਗਾ, ਮਤਲਬ ਇਹ ਨਹੀਂ ਵੀ ਹਰ ਬੰਦਾ ਉੱਠ ਕੇ ਕਹਦੇ ਮੇਰੀ ਫੀਸ ਵਧਾਉਣੀ ਹੈ ਜੀ ਮੈਂ। It is clarified that there is no modification in the direction number 2, 3 and 4 of the bound order dated 14/5/2020। ਹੁਣ 14/5/2020 ਦੇ ਆਰਡਰ ਦੇਖ ਲਈਏ ਆਪਾਂ ਕੀ ਨੇ ਇਹਦੇ ਵਿੱਚ। given the circular occasion by the lockdown, private school are advised not to impose any increase। ਇੱਥੇ ਕੋਰਟ ਨੇ ਹੀ ਕਿਹਾ ਪੈਰਾ ਜਿਹੜਾ ਸਬ ਕਲੌਜ਼ 2 ਹੈਗਾ, ਸਬ ਕਲੌਜ਼ 2 ਦੇ ਵਿੱਚ ਕੋਰਟ ਨੇ ਹੀ ਕਿਹਾ ਵੀ ਕਿਸੇ ਵੀ ਤਰ੍ਹਾਂ ਦੀ ਫੀਸ ਜਿਹੜੀ ਆ ਉਹ ਨਹੀਂ ਵਧਾਣੀ। ਅਗੇਨ ਉਹੀ ਗੱਲ ਫਿਰ ਰਿਪੀਟ ਹੋ ਗਈ। ਸਕੂਲ ਸ਼ੈਲ ਅਲਾਉ ਦੀ ਆਪਸ਼ਨ ਟੂ ਪੇਰੈਂਟਸ ਟੂ ਪੇ ਫੀਸ ਮੰਥਲੀ ਔਰ ਕੁਆਟਰਲੀ ਬੇਸਿਸ। ਪੇਰੈਂਟਸ ਨੂੰ ਇਹ ਅਧਿਕਾਰ ਦਿੱਤਾ ਗਿਆ ਇਸ ਜਜਮੈਂਟ ਦੇ ਅਕੋਰਡਿੰਗ ਕਿ ਉਹ ਜੇ ਉਹ ਜਿਸ ਤਰ੍ਹਾਂ ਉਹਨਾਂ ਨੂੰ ਠੀਕ ਲੱਗਦਾ ਹੈਗਾ, ਉਹਨਾਂ ਨੂੰ ਆਪਸ਼ਨ ਦਿੱਤੀ ਜਾਵੇ ਕਿ ਉਹ ਫੀਸ ਮੰਥਲੀ ਪੇ ਕਰਨ ਜਾਂ ਕੋਈ ਕੁਆਟਰਲੀ ਪੇ ਕਰਨ। ਕਈ ਵਾਰੀ ਪੇਰੈਂਟਸ ਨਹੀਂ ਅਫੋਰਡ ਕਰ ਸਕਦੇ 3 ਮਹੀਨਿਆਂ ਦੀ ਫੀਸ, ਤਾਂ ਫਿਰ ਉਹ ਮੰਥਲੀ ਕਰਕੇ ਦੇ ਦੇਣ ਫੀਸ ਜਿਹੜੀ ਹੈਗੀ ਆ। ਸਕੂਲ ਮੈਨੇਜਮੈਂਟ ਆਰ ਫਰਦਰ ਐਡਵਾਈਜ਼ ਟੂ specifically consider the case of student whose parents' livelihood may have been adversely impacted due to the lockdown of fees waiver, and no child must be denied access to education online or regular or non-payment of fees। ਵੀ ਲੋਕਡਾਊਨ ਕਰਕੇ ਜਿਹਦੇ ਪੇਰੈਂਟਸ ਤੇ ਕਾਫੀ ਉਹਨਾਂ ਦੀਆਂ ਲਾਈਵਹੁਡਸ ਤੇ ਫਰਕ ਪਿਆ ਹੈਗਾ ਆ, ਜਿਨ੍ਹਾਂ ਦੀਆਂ ਐਡਵਰਸਲੀ ਇਫੈਕਟ ਹੋਈਆਂ ਨੇ, ਉਹਨਾਂ ਸਟੂਡੈਂਟਸ ਨੂੰ ਸਿੰਪੈਥੈਟਿਕਲੀ ਜਿਹੜਾ ਹੈਗਾ ਕੰਸੀਡਰ ਕਰਨਾ ਹੈਗਾ ਇਹਦੇ ਵਿੱਚ ਲਿਖਿਆ ਹੋਇਆ। ਤੇ ਇਸ ਤੋਂ ਬਾਅਦ ਸਕੂਲ ਮੈਨੇਜਮੈਂਟ ਸ਼ੈਲ ਨਾਟ resort to removal of the teacher or reduction in monthly salary of total elementary teacher non। ਜਿਹੜੇ ਸਕੂਲਾਂ ਦੇ ਟੀਚਰ ਨੇ, ਨੌਨ ਟੀਚਿੰਗ ਸਟਾਫ ਹੈ, ਟੀਚਿੰਗ ਸਟਾਫ ਹੈਗਾ, ਉਹਨਾਂ ਦੀ ਜਿਹੜੀ ਮੰਥਲੀ ਸੈਲਰੀ ਹੈ ਉਹਨਾਂ ਦੇ ਵਿੱਚ ਕੋਈ ਰਿਡਕਸ਼ਨ ਨਹੀਂ ਕਰਨੀ ਹੈਗੀ। ਟੀਚਰ ਔਰ ਰਿਡਕਸ਼ਨ ਇਨ ਦੀ ਮੰਥਲੀ ਸੈਲਰੀ, ਕਿਸੇ ਵੀ ਤਰ੍ਹਾਂ ਦੀ ਉਹਨਾਂ ਦੀ ਤਨਖਾਹ ਵਗੈਰਾ ਦੇ ਵਿੱਚ, ਜਿਵੇਂ ਕੋਈ ਮਾਲੀ ਕੰਮ ਕਰਦਾ, ਕੋਈ ਡਰਾਈਵਰ ਆ, ਕੋਈ ਪੀਅਨ ਆ, ਕੋਈ ਟੀਚਰ ਆ, 100 ਤਰ੍ਹਾਂ ਦਾ ਸਟਾਫ ਹੁੰਦਾ ਸਕੂਲ ਦੇ ਵਿੱਚ, ਕਿਸੇ ਤਰ੍ਹਾਂ ਦੀ ਜਿਹੜੀ ਰਿਡਕਸ਼ਨ ਜਿਹੜੀ ਆ ਨਹੀਂ ਕਰਨੀ ਹੈਗੀ ਕਿਸੇ ਦੀ ਸੈਲਰੀ ਦੇ ਵਿੱਚ। ਤੇ ਇਸੇ ਤਰੀਕੇ ਨਾਲ ਹੁਣ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਨਾ, ਪੇਰੈਂਟਸ ਨੂੰ ਹੁਣ ਇੱਕ ਕਨਫਿਊਜ਼ਨ ਹੋ ਜਾਣਾ ਟਰਾਂਸਪੋਰਟੇਸ਼ਨ ਦੇ ਉੱਤੇ ਕਿ ਟਰਾਂਸਪੋਰਟੇਸ਼ਨ ਦੇ ਚਾਰजेस ਕਿੱਦਾਂ ਦਈਏ ਕਿੱਦਾਂ ਨਾ ਦਈਏ, ਵੀ ਸਾਡਾ ਬੱਚਾ ਤਾਂ ਸਕੂਲ ਗਿਆ ਨਹੀਂ ਹੈਗਾ, ਅਸੀਂ ਪੈਸੇ ਕਿਉਂ ਦਈਏ। ਠੀਕ ਹੈ, ਉਹ ਆਪਣੇ ਪੁਆਇੰਟ ਆਫ ਵਿਊ ਨਾਲ ਠੀਕ ਹੈ, ਲੇਕਿਨ ਕੋਰਟ ਦੇ ਆਰਡਰ ਨੇ, ਕੋਰਟ ਦੇ ਆਰਡਰ ਤਾਂ ਮੰਨਣੇ ਹੀ ਪੈਣੇ ਆ। ਹੁਣ ਇਹਦੇ ਵਿੱਚ ਕੁਝ ਬੰਦੇ ਕਹਿ ਰਹੇ ਆ ਜੀ
ਜੀ ਸਾਰੇ ਪੈਸੇ ਦੇਣੇ ਪੈਣਗੇ। ਸਾਰੇ ਪੈਸੇ ਨਹੀਂ ਦੇਣੇ ਭਾਈ, ਪਹਿਲਾਂ ਦੱਸਦੇ ਆ, ਸਾਰੇ ਪੈਸੇ ਨਹੀਂ ਦੇਣੇ ਹੈਗੇ। ਜੋ ਉਹਨਾਂ ਦਾ ਐਕਚੁਅਲ ਐਕਸਪੈਂਡੀਚਰ ਹੈਗਾ ਉਹਨੂੰ ਵਾਈਫਰਕੇਟ ਕੀਤਾ ਜਾਏਗਾ। ਜੋ ਉਹਨਾਂ ਦਾ ਬੇਅਰ ਮਿਨੀਮਮ ਮਤਲਬ ਖਰਚਾ ਹੋਏਗਾ ਉਹ ਤੁਹਾਨੂੰ ਸ਼ੇਅਰ ਕਰਨ ਨੂੰ ਕਿਹਾ ਕੋਰਟ ਨੇ, ਵੀ ਤੁਸੀਂ ਉਹਨਾਂ ਦਾ ਬਰਡਨ ਜਿਹੜਾ ਇੱਕ ਤਰੀਕੇ ਨਾਲ ਕੋਰਟ ਦੇ ਆਰਡਰ ਨੇ ਵੀ ਉਹਨਾਂ ਦਾ ਜਿਹੜਾ ਬਰਡਨ ਹੈ, ਜੋ ਵੀ ਉਹਨਾਂ ਦਾ ਐਕਸਪੈਂਡੀਚਰ ਆ ਉਹ ਸ਼ੇਅਰ ਕੀਤੇ ਜਾਣੇ ਦੇ ਵਿੱਚ। ਇਹਦੇ ਵਿੱਚ ਜਿਸ ਤਰ੍ਹਾਂ ਨਾਲ ਕਿਹਾ ਗਿਆ ਹੈਗਾ, ਜਿਵੇਂ ਜਿਹੜੇ ਚਾਰਜ ਜਿਹੜਾ ਖਰਚਾ ਨਹੀਂ ਹੋਇਆ ਹੈਗਾ ਸਕੂਲ ਦਾ, ਉਹ ਖਰਚਾ ਨਹੀਂ ਲੈਣਗੇ, ਕਲਾਸਾਂ ਨਹੀਂ ਲੱਗੀਆਂ, ਟੀਚਰ ਆਨਲਾਈਨ, ਉਹ ਖਰਚੇ ਸਿਰਫ ਮੇਰੇ ਖਿਆਲ ਆ ਵੀ ਉਹ ਜਿਹੜੀ ਸਿਰਫ ਕੱਲੀ ਟਿਊਸ਼ਨ ਫੀਸ ਤੱਕ ਹੀ ਰਹਿ ਜਾਂਦੇ ਆ ਸਹਿਮਤ, ਜੇ ਦੇਖਿਆ ਜਾਵੇ ਤਾਂ। ਨਹੀਂ ਜੀ ਨਹੀਂ, ਇਹਦੇ ਵਿੱਚ ਤਾਂ ਹੁਣ ਦੇਖੋ ਨਾ ਸਾਰੀਆਂ ਗੱਲਾਂ ਆ ਗਈਆਂ। ਐਡਮਿਸ਼ਨ ਫੀਸ ਤਾਂ ਕੋਰਟ ਨੇ ਕਹਿ ਹੀ ਦਿੱਤਾ ਕਿ ਲੈਣੀ ਹੈਗੀ। ਦਾ ਸਕੂਲਸ ਆਰ ਪਰਮਿਟ ਟੂ ਕਲੈਕਟ देयर ਐਡਮਿਸ਼ਨ ਫੀਸ ਐਂਡ ਸਪੋਰਟ। ਐਡਮਿਸ਼ਨ ਫੀਸ ਤਾਂ ਅਲਾਓ ਹੋ ਗਈ, ਟਰਾਂਸਪੋਰਟੇਸ਼ਨ ਦਾ ਵੀ ਕਲੀਅਰ ਹੋ ਗਿਆ, ਸਕੂਲ ਜਿਹੜੀ ਟਿਊਸ਼ਨ ਫੀਸ ਆ ਉਹਦਾ ਵੀ ਕਲੀਅਰ ਹੋ ਗਿਆ, ਸੈਲਰੀਆਂ ਦਾ ਵੀ ਕਲੀਅਰ ਹੋ ਗਿਆ। ਆਲਮੋਸਟ ਸਾਰੇ ਜਿਹੜੇ ਪੁਆਇੰਟ ਹੈਗੇ ਆ ਕਲੀਅਰ ਹੋ ਗਏ। ਹਾਂ, ਇਹ ਥੋੜਾ ਜਿਹਾ ਇਹ ਦੇਖਿਆ ਜਾ ਸਕਦਾ ਕਿ ਪੇਰੈਂਟਸ ਦੇ ਉੱਤੇ ਇਸ ਚੀਜ਼ ਨੂੰ ਹੁਣ ਭਾਰ ਵੱਧਦਾ ਵੀ ਆ। ਚਲੋ ਹੁਣ ਇੱਕ ਤਾਂ ਕਹਿਣਾ ਕੰਟੈਂਪਟ ਆਫ ਕੋਰਟ ਹੋਊਗੀ, ਮੈਂ ਇਹਦੇ ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ, ਲੇਕਿਨ ਇਹ ਤਾਂ ਸਟੈਟੂਟਰੀ ਹੁਣ ਬਣ ਗਿਆ ਮੰਨਣਾ। ਇਹਦੇ ਵਿੱਚ ਕੋਈ ਅੱਗੇ ਅਪੀਲ ਜਾਂ ਹੋ ਸਕਦੀ ਹੈ ਇਹਨਾਂ ਮਾਮਲਿਆਂ ਦੇ ਵਿੱਚ, ਜੇਕਰ ਪੇਰੈਂਟਸ ਐਸੋਸੀਏਸ਼ਨ ਜਾਣਿਆ ਚਾਹਣ, ਕੁਝ ਹੁੰਦਾ ਹੈਗਾ ਇਹਦੇ ਚ ਅੱਗੇ? ਦੇਖੋ, ਪੇਰੈਂਟਸ ਜਾਣ ਤਾਂ ਚੱਲ ਜਾਣ ਸੁਪਰੀਮ ਕੋਰਟ ਜਾ ਕੇ ਅਪੀਲ ਫਾਈਲ ਕਰ ਲੈਣ, ਬਹੁਤ ਲੰਬੀ ਲੜਾਈ ਹੋ ਜਾਣੀ ਹੈ, ਕਿਉਂਕਿ ਕੋਰਟਾਂ ਦੇ ਵਿੱਚ ਦਿੱਲੀ ਤੱਕ ਭੱਜਣਾ, ਵਕੀਲਾਂ ਦੇ ਫੀਸਾਂ ਦੇਣੀਆਂ, ਕੋਰਟ ਦੀਆਂ ਤਰੀਕਾਂ ਅਟੈਂਡ ਕਰਨੀਆਂ, ਪੇਰੈਂਟਸ ਵਾਸਤੇ, ਇੱਕ ਆਮ ਇਨਸਾਨ ਵਾਸਤੇ ਮੈਂ ਜੋ ਸਮਝਦਾ, ਕਿਉਂਕਿ ਮੈਂ ਵੀ ਇੰਨੇ ਕੋਰਟ ਕੇਸਿਸ ਕੀਤੇ ਆ, ਪ੍ਰੈਕਟੀਕਲੀ ਥੋੜਾ ਜਿਹਾ ਔਖਾ ਹੋ ਜਾਂਦਾ ਆ। ਜਿਵੇਂ ਹੁਣ ਧਰਨੇ ਪ੍ਰਦਰਸ਼ਨ ਨੇ, ਜਿਵੇਂ ਹੁਣ ਦੁਬਾਰਾ ਫੈਸਲਾ ਆ ਗਿਆ, ਫੈਸਲੇ ਤੱਕ ਰੁਕੇ ਹੋਏ ਸੀ, ਅੱਜ ਵੀ ਕੁਝ ਸਕੂਲਾਂ ਦੇ ਬਾਹਰ ਧਰਨੇ ਕੀਤੇ ਨੇ, ਕੱਲ ਵੀ ਹੋਇਆ, ਇਹ ਕੀ ਕੁਝ ਬਣਦਾ ਹੈਗਾ ਕਿਸ ਤਰ੍ਹਾਂ? ਧਰਨਾ ਪ੍ਰਦਰਸ਼ਨ ਕਰਨ ਦਾ ਤਾਂ ਦੇਖੋ, ਮੈਂ ਨਿੱਜੀ ਤੌਰ ਤੇ ਜਿੰਨਾ ਮੇਰਾ ਲਿਟੀਗੇਸ਼ਨ ਚ ਐਕਸਪੀਰੀਅੰਸ ਹੈ, ਕੋਈ ਫਾਇਦਾ ਨਹੀਂ ਹੈਗਾ। ਇਟਸ ਏ ਕੰਟੈਂਪਟ ਆਫ ਕੋਰਟ। ਜਦੋਂ ਦੇਖੋ ਦੋ ਗੱਲਾਂ ਨੇ, ਜੇ ਤਾਂ ਤੁਸੀਂ ਕੋਰਟ ਦੇ ਆਰਡਰ ਦੇ ਨਾਲ ਸਹਿਮਤ ਨਹੀਂ ਹੋ, ਤੁਸੀਂ ਆਰਡਰ ਚੈਲੰਜ ਕਰਦੇ ਹੋ, ਲੇਕਿਨ ਕਿਤੇ ਵੀ ਲਾਅ ਦੇ ਵਿੱਚ ਇਹ ਨਹੀਂ ਹੈਗਾ ਵੀ ਤੁਸੀਂ ਕੋਰਟ ਦੇ ਆਰਡਰ ਆ ਗਏ ਤੇ ਧਰਨਾ ਪ੍ਰਦਰਸ਼ਨ ਕਰ ਲਈਏ। ਹਾਂ, ਕੁਛ ਇੱਕ ਬੰਦੇ ਜ਼ਰੂਰ ਕਰ ਸਕਦੇ ਆਪਣੀ ਲੀਡਰੀ ਚਮਕਾਉਣ ਦੇ ਲਈ, ਐਵੇਂ ਪੇਰੈਂਟਸ ਨੂੰ ਮਿਸਗਾਈਡ ਕਰਕੇ ਇਕੱਠੇ ਕਰਕੇ ਸੜਕ ਤੇ ਲਿਜਾ ਕੇ ਬਿਠਾ ਦੇਣਗੇ ਵੀ ਬੈਠਦੇ ਆ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਹਾਂ, ਕੁਛ ਹੱਦ ਤੱਕ ਇਸ ਚੀਜ਼ ਦਾ ਸਟ੍ਰੈਟਜੀ ਦਾ ਫਾਇਦਾ ਇਹ ਹੋ ਸਕਦਾ ਹੈ ਵੀ ਸਕੂਲਾਂ ਵਾਲੇ ਜਿਵੇਂ ਟਰਾਂਸਪੋਰਟੇਸ਼ਨ ਦੇ ਚਾਰजेस ਨੇ, ਜਾਂ ਜਿਹੜੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਖਰਚੇ ਨਹੀਂ ਪਏ ਹੈਗੇ, ਤਾਂ ਉਹ ਥੋੜੀ ਜਿਹੀ ਫੀਸ ਫੂਸ ਇੱਕ ਪ੍ਰੈਸ਼ਰ ਬਣਾ ਕੇ ਕਿਸੇ ਤਰੀਕੇ ਦੇ ਨਾਲ ਘੱਟ ਤੋਂ ਘੱਟ ਕਰ ਸਕਦੇ ਆ। ਉਹ ਬੋਥ ਸਾਈਡ ਤੇ ਲਾਗੂ ਹੋਊਗਾ, ਸਕੂਲ ਵਾਲਿਆਂ ਤੇ ਵੀ ਪ੍ਰੈਸ਼ਰ ਹੋਣਾ, ਪੇਰੈਂਟਸ ਤੇ ਵੀ ਪ੍ਰੈਸ਼ਰ ਹੋਣਾ। ਹਾਂ ਬਿਲਕੁਲ, ਜਿਹੜੇ ਹਾਈ ਕੋਰਟ ਵੱਲੋਂ ਅੱਜ ਇੱਕ ਆਰਡਰ ਕੀਤੇ ਗਏ ਨੇ, ਜਿਹੜਾ ਸਕੂਲ ਬੱਚਿਆਂ ਦੇ ਮਾਪੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ। ਜਿਸ ਤਰ੍ਹਾਂ ਪਹਿਲਾਂ ਹੀ ਕੋਵਿਡ ਕਰਕੇ ਲੋਕਾਂ ਦੇ ਬੇਰੋਜ਼ਗਾਰ ਹੋ ਗਏ ਨੇ, ਨੌਕਰੀਆਂ ਤੇ ਨਹੀਂ ਰਹੀਆਂ ਕਈਆਂ ਦੀਆਂ ਮਾਪੇ ਦੀਆਂ, ਇਸ ਕਰਕੇ ਲੇਕਿਨ ਇਹਨਾਂ ਆਰਡਰਾਂ ਦੇ ਵਿੱਚ ਸਾਫ਼ ਕੀਤਾ ਗਿਆ ਹੈਗਾ ਜਿਹੜਾ ਖਰਚਾ ਸਕੂਲ ਦੇ ਵਿੱਚ ਆਇਆ ਉਹ ਖਰਚੇ ਜਿਹੜੇ ਹੈਗੇ ਸਿਰਫ ਲਿੱਤੇ ਜਾ ਸਕਦੇ ਨੇ। ਜਿਹੜਾ ਖਰਚਾ ਨਹੀਂ ਪਿਆ ਸਕੂਲ ਦੇ ਉੱਤੇ, ਜਿਸ ਤਰ੍ਹਾਂ ਨਾਲ ਜਿਹੜੇ ਬਿਲਡਿੰਗ ਯੂਜ਼ ਨਹੀਂ ਹੋਈ ਹੈਗੀ, ਬਿਲਡਿੰਗ ਦੇ ਚਾਰजेस ਜਾਂ ਬਿਜਲੀ ਦੇ ਚਾਰजेस, ਸਿਰਫ ਟੀਚਰ ਦੀ ਜਿਹੜੀ ਫੀਸ ਆ, ਜਿਵੇਂ ਟਿਊਸ਼ਨ ਫੀਸ ਆ, ਜਿਵੇਂ ਪਹਿਲਾਂ ਸੀ ਉਸੇ ਤਰ੍ਹਾਂ ਦੇ ਚਾਰजेस ਲਏ ਜਾ ਸਕਦੇ ਨੇ। ਸਕੂਲ ਵਾਲਿਆਂ ਨੂੰ ਵੀ ਖਾਸ ਕਰਕੇ ਜਿਹੜੀ ਇੰਸਟਰਕਸ਼ਨ ਦਿੱਤੀ ਗਈ ਹੈ ਹਾਈ ਕੋਰਟ ਵੱਲੋਂ, ਉਹ ਵੀ ਜਿਹੜੇ ਸਕੂਲ ਦੇ ਵਿੱਚ ਕੰਮ ਕਰਨ ਵਾਲਾ ਸਟਾਫ ਆ, ਚਾਹੇ ਟੀਚਿੰਗ ਸਟਾਫ ਆ ਚਾਹੇ ਨਾਨ ਟੀਚਿੰਗ ਆ, ਉਹਨਾਂ ਦੀ ਕੋਈ ਵੀ ਸੈਲਰੀ ਨਹੀਂ ਕੱਟਣਗੇ। ਜਿਹੜੇ ਜੈਨੂਅਨ ਫੀਸ ਚਾਰजेस ਨੇ ਸਿਰਫ ਉਹੀ ਲੈ ਸਕਣਗੇ। ਜਿਨ੍ਹਾਂ ਦਾ ਉਹਨਾਂ ਦਾ ਖਰਚਾ ਨਹੀਂ ਹੋਇਆ ਕਿਸੇ ਵੀ ਐਕਸਪੈਂਡੀਚਰ ਤੇ, ਉਹ ਚਾਰजेस ਉਹ ਨਹੀਂ ਬੱਚਿਆਂ ਦੇ ਮਾਪੇ ਤੋਂ ਲੈ ਸਕਦੇ ਹੈਗੇ। ਇੱਕ ਕੋਰਟ ਵੱਲੋਂ ਸਾਫ਼ ਕਰ ਦਿੱਤਾ ਗਿਆ, ਜਿਸ ਤਰ੍ਹਾਂ ਜਿਹੜੇ ਮਾਪੇ ਆਪਣੀ ਫੀਸ 3 ਮਹੀਨੇ ਦੀ ਇਕੱਠੀ ਨਹੀਂ ਦੇ ਸਕਦੇ, ਉਹ ਮਹੀਨੇ ਦੀ ਫੀਸ ਵੀ ਦੇ ਸਕਦੇ ਨੇ। ਇਹਨਾਂ ਦੇ ਵਿੱਚ ਕੋਰਟ ਨੇ ਕਾਫੀ ਇੰਸਟਰਕਸ਼ਨਾਂ, ਕਿਤੇ ਨਾ ਕਿਤੇ ਇਹਨਾਂ ਇੰਸਟਰਕਸ਼ਨਾਂ ਨੂੰ ਮਾਪੇ ਜਿਹੜੇ ਫੋਲੋ ਕਰਨਗੇ ਤਾਂ ਕਾਫੀ ਉਹਨਾਂ ਨੂੰ ਮੁਸ਼ਕਲ ਤਾਂ ਆਊਗੀ, ਲੇਕਿਨ ਪਰ ਇਹ ਹੈ ਵੀ ਹਾਈ ਕੋਰਟ ਦੇ ਆਰਡਰ ਨੇ, ਆਰਡਰਾਂ ਦੀ ਜਿਹੜੀ ਪਾਲਣਾ ਕਰਨੀ ਪਊਗੀ। ਲੇਕਿਨ ਗੱਲ ਕਰਦੇ ਹਾਂ, ਕੀ ਕਹਿਣਾ ਚਾਹੁੰਦੇ? ਦੇਖੋ ਜੀ, ਇਹਦੇ ਵਿੱਚ ਸਾਰੇ ਪੇਰੈਂਟਸ ਇਸ ਜਜਮੈਂਟ ਦੀ ਈ ਕਲੌਜ਼ ਜਿਹੜੀ ਹੈਗੀ, ਜਿਹੜਾ ਈ ਵਾਲਾ ਪੋਰਸ਼ਨ ਹੈਗਾ ਆਰਡਰ ਦਾ, ਜ਼ਰੂਰ ਪੜ੍ਹ ਲੈਣ। ਉਹਦੇ ਵਿੱਚ ਕੋਰਟ ਨੇ ਕਿਹਾ ਐਨੀ ਪੇਰੈਂਟਸ ਨਾਟ ਏਬਲ ਟੂ ਪੇ ਦਾ ਸਕੂਲ ਫੀਸ ਇਜ਼ ਇਨ ਅਬਵ ਟਰਮ ਮੇ ਫਾਈਲ देयर ਐਪਲੀਕੇਸ਼ਨ ਅਲੋਂਗ ਵਿਦ ਨੈਸੈਸਰੀ ਪ੍ਰੂਫ। ਮਤਲਬ ਜੇ ਕਿਸੇ ਦੀ ਵਾਕਈ ਦੇ ਵਿੱਚ ਮਜਬੂਰੀ ਆ, ਕੋਈ ਨਹੀਂ ਦੇ ਸਕਦਾ ਫੀਸ, ਤਾਂ ਉਹਦਾ ਜਿਹੜਾ ਅਬਾਊਟ देयर ਫਾਈਨੈਂਸ਼ੀਅਲ ਸਟੇਟਸ ਉਹ ਮਤਲਬ ਦੱਸਣ ਸਕੂਲ ਨੂੰ ਕਿ ਭਾਈ ਮੈਂ ਇਸ ਰੀਜ਼ਨ ਕਰਕੇ ਅਫੋਰਡ ਨਹੀਂ ਕਰ ਸਕਦਾ ਫੀਸ। ਉਹ ਸਕੂਲ ਨੂੰ ਆਪਣੀ ਮਜਬੂਰੀ ਦੱਸਣ, ਤੇ ਵਿਚ ਸ਼ੈਲ ਬੀ ਲੁਕਡ ਇਨਟੂ ਦੀ ਸਕੂਲ ਅਥਾਰਟੀਜ਼ ਐਂਡ ਆਫਟਰ ਲੁਕਿੰਗ ਇਨਟੂ ਦੀ ਸਿੰਪੈਥੈਟਿਕਲੀ ਗਿਵਨ ਕੰਸੈਸ਼ਨ, ਔਰ ਮਤਲਬ ਸਕੂਲ ਦੇ ਹੱਥ ਦੇ ਵਿੱਚ ਹੈ ਕਿ ਉਹ ਅਗਰ ਪੇਰੈਂਟਸ ਇੱਕ ਅੱਛੇ এনवायरमेंट ਦੇ ਵਿੱਚ ਸਕੂਲ ਵਾਲਿਆਂ ਨਾਲ ਕੁਝ ਜਿਹੜੇ, ਮੈਂ ਇਹ ਤਾਂ ਨਹੀਂ ਕਹਿੰਦਾ ਵੀ ਸਾਰੇ ਨਹੀਂ ਦੇ ਸਕਦੇ, ਕੁਝ ਜਿਹੜੇ ਨਹੀਂ ਦੇ ਸਕਦੇ ਉਹਨਾਂ ਨਾਲ ਇੱਕ ਅੱਛੇ এনवायरमेंट ਦੇ ਵਿੱਚ ਬਹਿ ਕੇ ਗੱਲ ਕਰਨ, ਤਾਂ ਇਹ
ਸਕੂਲ ਵਾਲੇ ਜਿਹੜੇ ਹੈਗੇ ਆ ਉਹ ਫੀਸ ਜਿਹੜੀ ਆ ਐਗਜ਼ੈਂਪਟ ਵੀ ਕਰ ਸਕਦੇ ਆ ਔਰ ਕੁਝ ਵੇਵ ਆਫ ਵੀ ਕਰ ਸਕਦੇ ਆ। ਇਸ ਚੀਜ਼ ਦਾ ਖਿਆਲ ਰੱਖਣ ਜਿਹੜੇ ਪੇਰੈਂਟਸ ਹੈਗੇ ਆ। ਹਾਂ ਬਿਲਕੁਲ, ਹਾਈ ਕੋਰਟ ਨੇ ਇਹ ਵੀ ਕਿਹਾ ਜਿਹੜੇ ਮਾਪੇ ਬਿਲਕੁਲ ਮਜਬੂਰ ਨੇ, ਬਿਲਕੁਲ ਦਿੱਕਤ ਆ, ਕਿਤੇ ਨਾ ਕਿਤੇ ਫਾਈਨੈਂਸ਼ੀਅਲੀ ਵਿੱਤੀ ਪ੍ਰੋਬਲਮ ਆਈ ਹੈਗੀ ਆ, ਉਹ ਸਕੂਲ ਵਾਲਿਆਂ ਨੂੰ ਰਿਕੁਐਸਟ ਕਰ ਸਕਦੇ ਨੇ ਹੋ ਸਕੂਲ ਵਾਲੇ ਉਹਨਾਂ ਨੂੰ ਫੀਸ ਮਾਫ ਵੀ ਕਰ ਸਕਦੇ ਨੇ ਜਾਂ ਉਹਨਾਂ ਨੂੰ ਕੋਈ ਨਾ ਕੋਈ ਵੇਵ ਆਫ ਵੀ ਕਰ ਸਕਦੇ ਨੇ। ਸਭ ਤੋਂ ਵੱਡੀ ਜੇਕਰ ਨਹੀਂ ਕੋਈ ਇਹ ਸਕੂਲ ਵਾਲਾ ਮੰਨਦਾ ਤਾਂ ਰੈਗੂਲੇਟਰੀ ਜਿਹੜੀ ਫੀਸ ਰੈਗੂਲੇਟਰੀ ਐਕਟ ਬਣਿਆ ਉਹਦੇ ਵਿੱਚ ਜਿਹੜੇ ਵੀ ਅਧਿਕਾਰੀ ਨੇ ਜਿਨ੍ਹਾਂ ਦੀ ਚੋਣ ਕੀਤੀ ਗਈ ਹੈ ਇਸ ਰੈਗੂਲੇਟਰੀ ਐਕਟ ਦੇ ਵਿੱਚ ਉਹਨਾਂ ਕੋਲ ਕੰਪਲੇਂਟ ਵੀ ਕਰ ਸਕਦੇ ਨੇ। ਲੇਕਿਨ ਪਰ ਜੇਕਰ ਕਿਤੇ ਮਾਂ-ਬਾਪ ਕੋਈ ਇਸ ਮਾਮਲੇ ਵਿੱਚ ਝੂਠਾ ਪੈਂਦਾ ਤਾਂ ਉੱਤੇ ਕਾਰਵਾਈ ਵੀ ਹੋ ਸਕਦੀ ਆ। ਲੇਕਿਨ ਫਿਲਹਾਲ ਦੀ ਘੜੀ ਜਿਹੜਾ ਹਾਈ ਕੋਰਟ ਵੱਲੋਂ ਦਿੱਤੇ ਗਏ ਇੱਕ ਆਦੇਸ਼ ਤੇ ਹੁਣ ਜਿਹੜਾ ਹੈਗਾ ਮਾਂ-ਬਾਪ ਨੂੰ ਇਹ ਫੀਸਾਂ ਦਾ ਭਾਰ ਜਿਹੜਾ ਚੱਲਣਾ ਪੈ ਸਕਦਾ। ਲੁਧਿਆਣਾ ਤੋਂ ਕੈਮਰਾ ਪਰਸਨ ਰੋਹਿਤ ਦੇ ਨਾਲ ਤਰਸੇਮ ਭਾਰਤ।